आज ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇੰਡੀਅਨ ਐਵੀਡੈਂਸ ਐਕਟ 1872 ਦਾ ਚੈਪਟਰ ਨੰਬਰ 4। ਚੈਪਟਰ ਨੰਬਰ 4 is talking about oral evidence। ਐਵੀਡੈਂਸ ਬੇਸਿਕਲੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ oral evidence ਤੇ ਦੂਸਰੇ ਨੰਬਰ ਦੇ ਉੱਤੇ documentary evidence। ਚੈਪਟਰ ਨੰਬਰ 4 is dealing with the oral evidence, ਜਦ ਕਿ ਚੈਪਟਰ ਨੰਬਰ 5 ਡਾਕੂਮੈਂਟਰੀ ਐਵੀਡੈਂਸ ਦੇ ਨਾਲ ਡੀਲ ਕਰਦਾ ਹੈ। ਸੈਕਸ਼ਨ ਨੰਬਰ 59 ਦੇ ਵਿੱਚ ਕੀ ਕਿਹਾ ਹੈ ਕਿ ਫੈਕਟਸ ਨੂੰ ਔਰਲ ਐਵੀਡੈਂਸ ਦੇ ਨਾਲ ਸਾਬਤ ਕੀਤਾ ਜਾ ਸਕਦਾ ਹੈ, ਪਰ ਅਗਰ ਕਿਸੇ ਫੈਕਟ ਦੇ ਉੱਤੇ ਕੋਈ ਡਾਕੂਮੈਂਟ ਬਣਿਆ ਹੋਇਆ ਹੈ ਜਾਂ ਕੋਈ ਇਲੈਕਟ੍ਰੋਨਿਕ ਰਿਕਾਰਡ ਬਣਿਆ ਹੈ, ਉੱਥੇ ਔਰਲ ਐਵੀਡੈਂਸ ਨਹੀਂ ਦਿੱਤਾ ਜਾ ਸਕਦਾ। ਤਾਂ ਕੀ ਲਿਖਿਆ ਹੈ ਕਿ ਸੈਕਸ਼ਨ ਨੰਬਰ 59 ਦੇ ਵਿੱਚ all facts except the contents of documents or contents of electronic records may be proved by oral evidence। ਕਿ ਉਹ ਸਾਰੇ ਫੈਕਟ oral evidence ਦੇ ਨਾਲ ਸਾਬਤ ਕੀਤੇ ਜਾ ਸਕਦੇ ਆ ਜੋ ਕਿ ਡਾਕੂਮੈਂਟਸ ਜਾਂ ਇਲੈਕਟ੍ਰੋਨਿਕ ਰਿਕਾਰਡ ਦੇ ਕੰਟੈਂਟ ਨਹੀਂ ਹੈ। ਤਾਂ ਕਹਿਣ ਦਾ ਮਤਲਬ ਆ ਕਿ when there is a confliction between the documentary evidence and oral evidence, ਉਸ ਟਾਈਮ ਦੇ ਉੱਤੇ ਡਾਕੂਮੈਂਟਰੀ ਐਵੀਡੈਂਸ ਪ੍ਰੀਵੇਲ ਕਰੂਗੇ oral evidence ਦੇ ਉੱਤੇ। ਸੈਕਸ਼ਨ ਨੰਬਰ 60 ਇਹ ਵੀ ਦੱਸਦਾ ਹੈ ਕਿ oral evidence ਦੀ ਨੇਚਰ ਕੀ ਹੋਣੀ ਚਾਹੀਦੀ ਹੈ। ਸੈਕਸ਼ਨ 60 ਕਹਿੰਦਾ ਹੈ ਕਿ oral evidence ਡਾਇਰੈਕਟ ਹੋਣਾ ਚਾਹੀਦਾ ਹੈ। ਹੁਣ what is the meaning of direct evidence? There are two types of evidence from this classification point of view as well। ਇੱਕ ਡਾਇਰੈਕਟ ਐਵੀਡੈਂਸ ਹੁੰਦਾ ਹੈ, ਇੱਕ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦਾ ਹੈ। ਡਾਇਰੈਕਟ ਐਵੀਡੈਂਸ ਉਹ ਐਵੀਡੈਂਸ ਹੁੰਦਾ ਹੈ ਜਿਹਦੇ ਵਿੱਚ ਅਗਰ ਕਿਸੇ ਫੈਕਟ ਨੂੰ ਦੇਖਿਆ ਜਾ ਸਕਦਾ ਹੈ ਤੇ ਇਹ ਉਸ ਵਿਟਨੈਸ ਦੀ ਐਵੀਡੈਂਸ ਹੋਣੀ ਚਾਹੀਦੀ ਹੈ ਜੋ ਕਿ ਕੋਰਟ ਦੇ ਵਿੱਚ ਆ ਕੇ ਗਵਾਹੀ ਦੇਵੇ ਕਿ ਉਹਨੇ ਇਹ ਫੈਕਟ ਦੇਖਿਆ ਹੈ। ਅਗਰ ਫੈਕਟ ਇਸ ਤਰੀਕੇ ਦਾ ਹੈਗਾ ਏ ਜਿਸ ਨੂੰ ਸੁਣਿਆ ਜਾ ਸਕਦਾ ਏ ਤੇ ਉਸ ਟਾਈਮ ਦੇ ਉੱਤੇ ਇਹ ਐਵੀਡੈਂਸ ਉਸ ਵਿਟਨੈਸ ਦਾ ਹੋਣਾ ਚਾਹੀਦਾ ਏ ਜੋ ਕਿ ਕੋਰਟ ਦੇ ਵਿੱਚ ਆ ਕੇ ਗਵਾਹੀ ਦੇਵੇ ਕਿ ਉਹਨੇ ਇਹ ਗੱਲ ਸੁਣੀ ਆ। ਅਗਰ ਕੋਈ ਫੈਕਟ ਆਪਣੀ ਹੋਰ ਕਿਸੇ ਸੈਂਸ ਦੇ ਨਾਲ ਪਰਸੀਵ ਹੋ ਸਕਦਾ ਹੈ, ਫੋਰ ਐਗਜ਼ਾਮਪਲ ਅਗਰ ਕਿਸੇ ਪਾਰਟਿਕੂਲਰ ਮਹਿਕ ਦੇ ਰਿਗਾਰਡਿੰਗਲੀ ਕੋਈ ਐਵੀਡੈਂਸ ਆ तो ਆਦਮੀ ਜਾਂ ਵਿਟਨੈਸ ਆ ਕੇ ਕੋਰਟ ਦੇ ਵਿੱਚ ਗਵਾਹੀ ਦੇਵੇ ਕਿ ਉਸਨੇ ਉਸ ਸੈਂਸ ਦੇ ਨਾਲ ਉਸ ਚੀਜ਼ ਨੂੰ ਮਹਿਸੂਸ ਕੀਤਾ ਸੀ। ਅਗਰ ਐਵੀਡੈਂਸ ਕਿਸੇ ਓਪੀਨੀਅਨ ਦੇ ਰਿਗਾਰਡਿੰਗਲੀ ਹੈਗਾ ਏ, ਅਗਰ ਐਵੀਡੈਂਸ ਕਿਸੇ ਓਪੀਨੀਅਨ ਦੇ ਰਿਗਾਰਡਿੰਗਲੀ ਹੈਗਾ ਏ ਤੇ ਜਾਂ ਕਿਸੇ ਗਰਾਊਂਡਸ ਦੇ ਰਿਗਾਰਡਿੰਗਲੀ ਹੈਗਾ ਏ ਜਿਹਦੇ ਉੱਤੇ ਉਹ ਓਪੀਨੀਅਨ ਕਿਸੇ ਬੰਦੇ ਦੀ ਬੇਸ ਹੈਗੀ ਆ ਤੇ ਇਹ ਉਸ ਵਿਅਕਤੀ ਦੇ ਦੁਆਰਾ ਐਵੀਡੈਂਸ ਦਿੱਤੀ ਜਾਣੀ ਚਾਹੀਦੀ ਆ ਜਿਸਨੇ ਉਹ ਓਪੀਨੀਅਨ ਦਿੱਤਾ ਸੀ। ਸੋ ਦਿਸ ਇਜ਼ ਦੀ ਡਾਇਰੈਕਟ ਐਵੀਡੈਂਸ। ਤੇ ਸਰਕਮਸਟੈਂਸ਼ੀਅਲ ਐਵੀਡੈਂਸ ਕੀ ਆ ਕਿ ਬੰਦੇ ਨੇ ਕੋਈ ਦੇਖਿਆ ਨਹੀਂ ਹੈਗਾ, ਬੰਦੇ ਨੇ ਕੁਝ ਸੁਣਿਆ ਨਹੀਂ ਹੈਗਾ, ਬੰਦੇ ਨੇ ਕੁਝ ਮਹਿਸੂਸ ਨਹੀਂ ਕੀਤਾ ਤੇ ਨਾ ਹੀ ਬੰਦੇ ਨੇ ਕੋਈ ਓਪੀਨੀਅਨ ਕਿਸੇ ਪਾਰਟਿਕੂਲਰ ਗਰਾਊਂਡਸ ਦੇ ਉੱਤੇ ਦਿੱਤਾ ਹੈ, ਪਰ ਹਾਲਾਤਾਂ ਦੇ ਅਕੋਰਡਿੰਗਲੀ ਉਹ ਐਵੀਡੈਂਸ ਦਿੰਦਾ ਪਿਆ ਹੈ। ਮਤਲਬ ਫੋਰ ਐਗਜ਼ਾਮਪਲ A ਤੇ B ਇਕੱਠੇ ਜਾ ਰਹੇ ਸੀ, ਇੱਕ ਕਮਰੇ ਦੇ ਵਿੱਚ ਗਏ ਤੇ ਇਹ ਉੱਥੋਂ ਭੱਜਦਾ ਦਿਖਾਈ ਦਿੱਤਾ ਤੇ ਕਮਰੇ ਦੇ ਵਿੱਚ B ਦੀ ਲਾਸ਼ ਹੈਗੀ ਸੀ ਤੇ ਇਸ ਕਮਰੇ ਦੇ ਬਾਹਰ ਇੱਕ C ਵਿਅਕਤੀ ਖੜਾ ਸੀ ਜਿਸਨੇ ਕਮਰੇ ਦੇ ਵਿੱਚ ਕੀ ਹੋਇਆ, ਜਿਸਨੇ ਕਮਰੇ ਦੇ ਵਿੱਚ ਕੀ ਹੋਇਆ ਉਹ ਨਹੀਂ ਦੇਖਿਆ, ਬਟ A ਤੇ B ਨੂੰ ਸਿਰਫ ਜਾਂਦੇ ਵੇਖਿਆ ਤੇ A ਨੂੰ ਕਮਰੇ ਦੇ ਵਿੱਚੋਂ ਬਾਹਰ ਆਉਂਦੇ ਦੇਖਿਆ। ਇਹਦਾ ਮਤਲਬ ਆ ਕਿ ਉਹ ਸਿਰਫ ਤੇ ਸਿਰਫ ਸਰਕਮਸਟੈਂਸ਼ੀਅਲ ਐਵੀਡੈਂਸ ਦੀ ਗਵਾਹੀ ਦਿੰਦਾ ਪਿਆ ਏ, ਉਹ ਡਾਇਰੈਕਟ ਐਵੀਡੈਂਸ ਨਹੀਂ ਹੈਗੀ। तो ਸੈਕਸ਼ਨ 60 ਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਔਰਲ ਐਵੀਡੈਂਸ ਕੀ ਹੋਣਾ ਚਾਹੀਦਾ ਹੈ, ਡਾਇਰੈਕਟ ਐਵੀਡੈਂਸ ਹੋਣਾ ਚਾਹੀਦਾ ਹੈ। तो आओ जी एक बार पढ़ते हैं ਔਰਲ ਐਵੀਡੈਂਸ ਡਾਇਰੈਕਟ ਦਾ ਮਤਲਬ ਕੀ ਹੈ। ਔਰਲ ਐਵੀਡੈਂਸ ਮਸਟ ਇਨ ਆਲ ਕੇਸਿਸ ਵਟਐਵਰ, ਕਿਸੇ ਵੀ ਤਰ੍ਹਾਂ ਦਾ ਕੇਸ ਹੋਵੇ, ਚਾਹੇ ਸਿਵਲ ਕੇਸ ਆ ਚਾਹੇ ਕ੍ਰਿਮੀਨਲ ਕੇਸ ਆ,
ਔਰਲ ਐਵੀਡੈਂਸ ਕੀ ਹੋਣਾ ਚਾਹੀਦਾ ਹੈ? ਡਾਇਰੈਕਟ ਕੇਸ ਹੋਣਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਡੈਟ ਇਜ਼ ਟੂ ਸੇ ਇਫ ਇਟ ਰੈਫਰਸ ਟੂ ਅ ਫੈਕਟ, ਅਗਰ ਔਰਲ ਐਵੀਡੈਂਸ ਇਸ ਤਰ੍ਹਾਂ ਦੇ ਫੈਕਟ ਨੂੰ ਰੈਫਰ ਕਰਦਾ ਹੈ which could be seen, ਜਿਹਨੂੰ ਦੇਖਿਆ ਜਾ ਸਕਦਾ ਹੈ, then it must be the evidence of a witness who say he saw it, ਜੋ ਕਿ ਕੋਰਟ ਦੇ ਵਿੱਚ ਆ ਕੇ ਗਵਾਹੀ ਦੇਵੇ ਕਿ ਉਹਨੇ ਇਸ ਚੀਜ਼ ਨੂੰ ਦੇਖਿਆ ਹੈ। if it refers to a fact which could be heard, ਅਗਰ ਐਵੀਡੈਂਸ ਇਸ ਫੈਕਟ ਦਾ ਹੈਗਾ ਏ ਜੋ ਕਿ ਸੁਣਿਆ ਜਾ ਸਕਦਾ ਏ, then it must be the evidence of a witness who says he heard it, ਕਿ ਮੈਂ ਉਸ ਗੱਲ ਨੂੰ ਸੁਣਿਆ ਵਾ। if it refers to a fact, ਅਗਰ ਐਵੀਡੈਂਸ ਇਸ ਤਰ੍ਹਾਂ ਦੇ ਫੈਕਟ ਦਾ ਰੈਫਰੈਂਸ ਕਰਦਾ ਪਿਆ ਏ which could be perceived by any other sense or in any other manner, then it must be the evidence of a witness, ਇਹ ਉਸ ਵਿਟਨੈਸ ਦਾ ਐਵੀਡੈਂਸ ਹੋਣਾ ਚਾਹੀਦਾ ਹੈ ਜੋ ਕਿ ਕੋਰਟ ਦੇ ਵਿੱਚ ਆ ਕੇ ਗਵਾਹੀ ਦਵੇ, who say he perceived it by that sense or in that manner। ਅਗਰ ਐਵੀਡੈਂਸ ਕਿਸੇ ਓਪੀਨੀਅਨ ਨੂੰ ਰੈਫਰ ਕਰਦਾ ਹੈ ਤੇ ਜਾਂ ਕਿਸੇ ਗਰਾਊਂਡ on which that opinion is held ਨੂੰ ਰੈਫਰ ਕਰਦਾ ਹੈ, then it must be the evidence of the person who holds that opinion on those grounds। ਜਿੱਦਾਂ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਕੋਈ ਹੈਂਡਰਾਈਟਿੰਗ ਐਕਸਪਰਟ ਇਹ ਗੱਲ ਦੀ ਐਵੀਡੈਂਸ ਦਿੰਦਾ ਹੈ ਕਿ that there are reason ਕਿ ਇਹ ਹੈਂਡਰਾਈਟਿੰਗ ਇਸੇ ਪਾਰਟਿਕੂਲਰ ਬੰਦੇ ਦੀ ਹੈਗੀ ਆ, ਤੇ ਜਾਂ ਐਵੀਡੈਂਸ ਦਿੰਦਾ ਹੈ ਕਿ ਲਿਖਾਈ ਵੱਖਰੇ ਵੱਖਰੇ ਬੰਦਿਆਂ ਦੀ ਹੈਗੀ ਆ, ਤੇ ਉਸ ਟਾਈਮ ਦੇ ਉੱਤੇ ਐਕਸਪਰਟ ਨੂੰ ਬੁਲਾਉਣਾ ਜ਼ਰੂਰੀ ਹੈ। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ, ਪ੍ਰੋਵਿਜ਼ੋ ਦੇ ਵਿੱਚ ਇੱਕ ਗੱਲ ਕਲੈਰੀਫਾਈ ਕਰ ਦਿੱਤੀ ਆ ਕਿ ਅਗਰ ਕਿਸੇ ਐਕਸਪਰਟ ਦਾ ਓਪੀਨੀਅਨ ਕਿਸੇ ਟ੍ਰੀਟੀਜ਼ ਦੇ ਵਿੱਚ ਐਕਸਪ੍ਰੈਸ ਹੈਗਾ ਏ, ਟ੍ਰੀਟੀਜ਼ ਦਾ ਮਤਲਬ ਹੈਗਾ ਕੋਈ ਫਾਰਮਲ ਬੁੱਕ ਜੋ ਕਿ ਕਾਮਨਲੀ ਆਫਰ ਕੀਤੀ ਜਾਂਦੀ ਆ ਫॉर द ਪਰਪਸ ਆਫ ਸੇਲ, ਤੇ ਅਗਰ ਉਹ ਓਪੀਨੀਅਨ ਕਿਸੇ ਗਰਾਊਂਡ ਦੇ ਉੱਤੇ ਬੇਸ ਹੈਗਾ ਏ ਤੇ ਉਹਦੇ ਟ੍ਰੀਟੀ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਏ, ਤੇ ਇਹ ਗੱਲ ਪ੍ਰੂਫ ਹੋ ਗਈ ਹੈ ਕੋਰਟ ਦੇ ਵਿੱਚ ਕਿ ਜਿਹੜਾ ਆਥਰ ਆ ਅੱਜ ਦੀ ਡੇਟ ਦੇ ਵਿੱਚ ਮਰ ਚੁੱਕਾ ਏ, ਤੇ ਜਾਂ ਅੱਜ ਦੀ ਡੇਟ ਦੇ ਵਿੱਚ ਉਸ ਵਿਅਕਤੀ ਨੂੰ ਲੱਭਿਆ ਨਹੀਂ ਜਾ ਸਕਦਾ, ਤੇ ਜਾਂ ਅੱਜ ਦੀ ਡੇਟ ਦੇ ਵਿੱਚ ਉਹ ਵਿਅਕਤੀ ਇਨਕੈਪੇਬਲ ਆਫ ਗਿਵਿੰਗ ਐਵੀਡੈਂਸ ਬਣ ਗਿਆ ਏ। ਮੰਨ ਲਓ ਫੋਰ ਐਗਜ਼ਾਮਪਲ ਪੈਰਾਲਾਈਜ਼ ਦਾ ਅਟੈਕ ਆ ਗਿਆ ਜਾਂ ਕੋਮਾ ਦੇ ਵਿੱਚ ਚਲੇ ਗਿਆ ਏ, ਤੇ ਜਾਂ ਉਸ ਨੂੰ ਕੋਰਟ ਦੇ ਵਿੱਚ ਐਜ਼ ਅ ਵਿਟਨੈਸ ਬੁਲਾਉਣਾ ਬਹੁਤ ਮੁਸ਼ਕਲ ਆ ਕਿ ਬਹੁਤ ਦੂਰ ਚਲੇ ਗਿਆ ਏ, ਤੇ ਉਹਨੂੰ ਬੁਲਾਉਣ ਦੇ ਵਿੱਚ ਬਹੁਤ ਜ਼ਿਆਦਾ ਖਰਚਾ, ਬਹੁਤ ਜ਼ਿਆਦਾ ਐਕਸਪੈਂਸ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਊਗਾ, ਜੋ ਕਿ ਕੋਰਟ ਨੂੰ ਲੱਗਦਾ ਏ ਕਿ ਅਨਰੀਜ਼ਨੇਬਲ ਆ, ਇਟ ਵਿਲ ਵੇਸਟ ਦੀ ਇੰਪੋਰਟੈਂਟ ਟਾਈਮ ਆਫ ਦੀ ਕੋਰਟ। ਤੇ ਫਿਰ ਉਸ ਟਾਈਮ ਦੇ ਉੱਤੇ ਉਹਦੀ ਜੋ ਟ੍ਰੀਟੀ ਹੈਗੀ ਆ, ਟ੍ਰੀਟੀ ਦੀ ਪ੍ਰੋਟੈਕਸ਼ਨ ਕਰਕੇ ਹੀ ਉਸ ਚੀਜ਼ ਨੂੰ ਸਾਬਤ ਕੀਤਾ ਜਾ ਸਕਦਾ ਹੈ। I want to repeat, provided that opinion of expert expressed in any treatise which is commonly offered for sale, ਜੋ ਕਿ ਨਾਰਮਲੀ ਲੋਕਾਂ ਦੇ ਵਿੱਚ ਆਫਰ ਕੀਤੀ ਜਾਂਦੀ ਹੈ for the purpose of sale, and ground on which such opinion are held may be proved by the production of such a treatise if the author is dead, or if the author cannot be found, or he has become incapable of giving evidence, or cannot be called as witness without an amount of delay or expense which the court regard as unreasonable। Provided also that अगर oral evidence किसी material thing जो कि normally movable property ਹੁੰਦੀ ਹੈ, ਕੋਈ document नहीं हैगा, किसी material चीज ਦੀ existence ਜਾਂ condition ਦੇ ਬਾਰੇ ਗੱਲ ਕਰਦੀ ਪਈ ਹੈ ਕਿ for example ਦੇ ਤੌਰ ਦੇ ਉੱਤੇ ਅਗਰ ਕੋਈ ਮੂਵੇਬਲ ਪ੍ਰੋਪਰਟੀ ਦੇ ਰਿਗਾਰਡਿੰਗ ਦੀ ਡਿਸਪਿਊਟ ਚੱਲਦਾ ਪਿਆ ਕੋਰਟ ਦੇ ਵਿੱਚ, ਤੇ ਇੱਕ ਪਲੇਂਟਿਫ ਕਹਿ ਰਿਹਾ ਹੈ ਕਿ ਉਹ ਚੀਜ਼ ਬਿਲਕੁਲ ਡੈਮੇਜ ਹੋ ਚੁੱਕੀ ਹੈ, ਤੇ ਕੋਰਟ ਨੂੰ ਲੱਗਦਾ ਹੈ ਕਿ ਉਹ ਮਟੀਰੀਅਲ ਚੀਜ਼ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ, ਸੋ ਡੈਟ ਕੋਰਟ ਉਸ ਚੀਜ਼ ਨੂੰ, ਮਟੀਰੀਅਲ ਚੀਜ਼ ਨੂੰ ਇਨਸਪੈਕਟ ਕਰ ਸਕੇ, ਤੇ ਕੋਰਟ ਉਸ ਟਾਈਮ ਦੇ ਉੱਤੇ ਉਸ ਮਟੀਰੀਅਲ ਚੀਜ਼ ਦੀ ਪ੍ਰੋਡਕਸ਼ਨ ਵੀ ਕੰਪੈਲ ਕਰ ਸਕਦੀ ਹੈ ਕਿ ਹਾਂ ਠੀਕ ਹੈ ਵਿਅਕਤੀ ਤਾਂ ਆਵੇ, ਔਰਲ ਐਵੀਡੈਂਸ ਦੇਣ ਜਿਹੜਾ ਵਿਅਕਤੀ ਆਇਆ ਉਹ ਤਾਂ ਆਵੇ ਹੀ ਆਵੇ, ਤੇ ਨਾਲ ਉਹ ਮਟੀਰੀਅਲ ਚੀਜ਼ ਵੀ ਲੈ ਕੇ ਆਵੇ। ਹੁਣ ਕਈ ਵਾਰ ਪੰਜਾਬ ਐਕਸਾਈਜ਼ ਐਕਟ ਦੇ ਪਰਚੇ ਹੁੰਦੇ ਆ, ਉਹਦੇ ਵਿੱਚ ਇਨਵੈਸਟੀਗੇਟਿੰਗ ਆਫੀਸਰ ਆਉਂਦੇ ਆ ਕਿ ਦੇਖੋ ਜੀ ਸ਼ਰਾਬ ਬਰਾਮਦ ਹੋਈ ਹੈ,
उस टाइम ਦੇ ਉੱਤੇ ਡੈਟ ਬਿਕਮਸ ਦੀ ਕੇਸ ਪ੍ਰਾਪਰਟੀ ਨੂੰ ਵੀ ਪ੍ਰੋਡਿਊਸ ਕਰਨ ਦੇ ਲਈ ਕੋਰਟ ਕਹਿ ਸਕਦੀ ਆ ਉਸ ਆਈਓ ਨੂੰ। ਇਹ ਤਾਂ ਨਾ ਹੋਵੇ ਕਿ ਕੋਈ ਪ੍ਰਾਪਰਟੀ ਦਾ ਰਿਕਵਰ ਹੋਈ ਨਹੀਂ, ਐਵੇਂ ਨਜਾਇਜ਼ ਹੀ ਪਰਚੇ ਪਾਏ ਹੋਣ। तो provided also that if oral evidence refers to the existence or condition of any material thing, and which material thing is other than a document, then the court may, if it thinks fit, require the production of such material thing for its inspection. So this is something about oral evidence. Chapter number 4 ਦੇ ਵਿੱਚ ਅਸੀਂ ਇਹਦੇ ਬਾਰੇ ਪੜਿਆ, section 59 ਤੇ section 60। section 59 ਦੇ ਵਿੱਚ ਅਸੀਂ ਪੜਿਆ ਕਿ ਕਿਸੇ ਫੈਕਟ ਨੂੰ ਔਰਲ ਐਵੀਡੈਂਸ ਦੇ ਨਾਲ ਸਾਬਤ ਕੀਤਾ ਜਾ ਸਕਦਾ ਹੈ, ਪਰ ਅਗਰ ਕੋਈ ਕੰਟੈਂਟਸ ਆਫ ਡਾਕੂਮੈਂਟ ਆ ਜਾਂ ਇਲੈਕਟ੍ਰੋਨਿਕ ਰਿਕਾਰਡ ਆ, ਉਸ ਨੂੰ ਔਰਲ ਐਵੀਡੈਂਸ ਨਾਲ ਨਹੀਂ, ਉਸ ਨੂੰ ਡਾਕੂਮੈਂਟ ਦੇ ਰਾਹੀਂ ਹੀ ਸਾਬਤ ਕਰਨਾ ਪੈਣਾ ਹੈ। तो section 60 ਦੇ ਵਿੱਚ ਅਸੀਂ ਪੜਿਆ ਕਿ ਔਰਲ ਐਵੀਡੈਂਸ ਮਸਟ ਬੀ ਦਾ ਡਾਇਰੈਕਟ ਐਵੀਡੈਂਸ। ਕਹਿਣ ਦਾ ਮਤਲਬ ਆ ਅਗਰ ਕੋਈ ਫੈਕਟ ਜਿਹਨੂੰ ਦੇਖਿਆ ਜਾ ਸਕਦਾ ਹੈ ਤਾਂ ਉਸ ਵਿਅਕਤੀ ਦੇ ਦੁਆਰਾ ਐਵੀਡੈਂਸ ਦਿੱਤੀ ਜਾਣੀ ਚਾਹੀਦੀ ਆ जो कहे कि मैं उस फैक्ट ਨੂੰ ਦੇਖਿਆ ਵਾ, मतलब देयर मस्ट बी डायरेक्ट आइज विटनेस। अगर फैक्ट इस तरह ਦਾ जो कि ਦੇਖਿਆ ਨਹੀਂ ਜਾ ਸਕਦਾ ਪਰ ਸੁਣਿਆ ਜਾ ਸਕਦਾ ਵਾ, then it must be the evidence of a witness who say he heard it, ਕਿ ਉਹਨੇ ਇਸ ਚੀਜ਼ ਨੂੰ ਸੁਣਿਆ ਵਾ। if it refer to a fact which could be perceived by any other sense or in any other manner, then it must be the evidence of a witness who says he perceived it by that sense or in that manner। if it refer to an opinion or ground on which that opinion is held, अगर opinion ਦੀ ਗੱਲ ਕੀਤੀ ਜਾਂਦੀ ਹੈ, it must be the evidence of the person, ਉਸ ਵਿਅਕਤੀ ਦਾ evidence ਕਰਾਣਾ ਬਹੁਤ ਜ਼ਰੂਰੀ ਹੈ ਜਿਸ ਨੇ ਉਹ opinion hold ਕੀਤਾ ਵਾ ਉਹਨਾਂ grounds ਦੇ ਉੱਤੇ ਜੋ grounds ਉਹ ਕਹਿ ਰਿਹਾ ਹੈ। ਪਰ ਅਗਰ ਕਿਸੇ expert ਦੀ opinion ਕਿਸੇ ਟਵੀਟੀ ਦੇ ਵਿੱਚ express ਹੈਗੀ ਆ ਜੋ ਕਿ commonly offer ਕੀਤੀ ਜਾਂਦੀ ਹੈ for the purpose of sale, and the ground on which such opinion are held may be proved by the production of such treatise if the author is dead, agar author hun mar chuka hai or cannot be found or has become incapable of giving evidence or cannot be called as witness without an amount of delay or expense which the court regard as unreasonable। provided also that if the oral evidence refers to the existence or condition of any material thing, agar oral evidence ਕਿਸੇ ਮਟੀਰੀਅਲ ਚੀਜ਼ ਦੀ ਐਗਜ਼ਿਸਟੈਂਸ ਔਰ ਕੰਡੀਸ਼ਨ ਦੇ ਨਾਲ ਰਿਲੇਟਡ ਹੈ ਤੇ ਉਹ ਮਟੀਰੀਅਲ ਚੀਜ਼ ਡਾਕੂਮੈਂਟ ਤੋਂ ਇਲਾਵਾ ਕੋਈ ਹੋਰ ਚੀਜ਼ ਹੈ, then the court may, if it thinks fit, ਅਗਰ ਕੋਰਟ ਨੂੰ ਲੱਗਦਾ ਹੈ, require the production of such material thing for its inspection। तो ਇਹ ਡਿਸਕ੍ਰਿਸ਼ਨਰੀ ਪਾਵਰ ਹੈ ਕੋਰਟ ਦੀ, ਕੋਰਟ ਮੰਗ ਵੀ ਸਕਦੀ ਹੈ, ਕੋਰਟ ਡਿਸਪੈਂਸ ਵੀ ਕਰ ਸਕਦੀ ਹੈ ਕਿ ਰਹਿਣ ਦੋ ਕੋਈ ਲੋੜ ਨਹੀਂ ਹੈਗੀ। ਬਟ ਅਗਰ ਉਹ ਚੀਜ਼ ਡਾਕੂਮੈਂਟ ਆ, then the court has to require the production of such a document for its inspection। ਇਸੇ ਚੀਜ਼ ਦੇ ਉੱਤੇ ਤਾਂ ਚੈਪਟਰ ਨੰਬਰ 5 ਡੀਲ ਕਰਦਾ ਹੈ ਡਾਕੂਮੈਂਟਰੀ ਐਵੀਡੈਂਸ ਕਿਸ ਤਰੀਕੇ ਨਾਲ ਦਿੱਤਾ ਜਾਊਗਾ। ਅਗਰ ਅਸੀਂ ਡਾਕੂਮੈਂਟਰੀ ਐਵੀਡੈਂਸ ਦੇ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰੀਏ ਤਾਂ ਕਿਸੇ ਵੀ ਡਾਕੂਮੈਂਟ ਦੇ ਜੋ ਕੰਟੈਂਟਸ ਹੁੰਦੇ ਨੇ, ਡਾਕੂਮੈਂਟ ਦੇ ਵਿੱਚ ਕੀ ਲਿਖਿਆ ਹੈ ਉਸ ਨੂੰ ਕੀ ਕਹਿੰਦੇ ਨੇ, ਡਾਕੂਮੈਂਟਸ ਦੇ ਕੰਟੈਂਟਸ ਕਹਿੰਦੇ ਨੇ। ਤਾਂ ਡਾਕੂਮੈਂਟ ਦੇ ਕੰਟੈਂਟਸ ਨੂੰ ਸਾਬਤ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ, ਜਾਂ ਤਾਂ ਪ੍ਰਾਇਮਰੀ ਐਵੀਡੈਂਸ ਲੈ ਕੇ ਆ ਜਾਓ ਤੇ ਜਾਂ ਸੈਕੰਡਰੀ ਐਵੀਡੈਂਸ ਲੈ ਕੇ ਆ ਜਾਓ। ਜਾਂ ਤਾਂ ਤੁਸੀਂ ਡਾਕੂਮੈਂਟ ਦੇ ਕੰਟੈਂਟ ਨੂੰ ਪ੍ਰਾਇਮਰੀ ਐਵੀਡੈਂਸ ਪ੍ਰੋਡਿਊਸ ਕਰਕੇ ਸਾਬਤ ਕਰ ਲਓ ਤੇ ਜਾਂ ਕੰਟੈਂਟਸ ਆਫ ਦੇ ਡਾਕੂਮੈਂਟਸ ਨੂੰ ਸੈਕੰਡਰੀ ਐਵੀਡੈਂਸ ਦੇ ਨਾਲ ਸਾਬਤ ਕਰ ਲਓ। Now the question arises, what is the basic difference between the primary and secondary evidence? Primary evidence ਦੇ ਬਾਰੇ ਅਗਰ ਆਪਾਂ ਗੱਲ ਕਰੀਏ, ਉਹ ਡਾਕੂਮੈਂਟ ਜਿਹੜਾ ਕਿ ਓਰੀਜਨਲ ਡਾਕੂਮੈਂਟ ਹੈਗਾ, ਜਦੋਂ ਅਸੀਂ ਓਰੀਜਨਲ ਡਾਕੂਮੈਂਟ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੰਦੇ ਆ ਉਸ ਨੂੰ ਅਸੀਂ ਪ੍ਰਾਇਮਰੀ ਐਵੀਡੈਂਸ ਕਹਿੰਦੇ ਆ। ਪਰ ਅਗਰ ਅਸੀਂ ਪ੍ਰਾਇਮਰੀ ਐਵੀਡੈਂਸ ਦੇ ਰਾਹੀਂ ਆਪਣੀ ਐਵੀਡੈਂਸ ਨੂੰ ਸਾਬਤ ਨਹੀਂ ਕਰ ਪਾਉਂਦੇ, ਪਰ ਸਾਡੇ ਕੋਲ ਕੋਈ ਕਾਪੀ ਤੇ ਜਾਂ ਕੋਈ ਸਰਟੀਫਾਈਡ ਕਾਪੀ ਅਵੇਲੇਬਲ ਹੈਗੀ ਹੈ ਪ੍ਰਾਇਮਰੀ ਐਵੀਡੈਂਸ ਦੀ, then the contents of the document may be proved by secondary evidence। but ਇੱਕ ਗੱਲ ਹੈਗੀ ਹੈ, secondary evidence ਨੂੰ ਸਾਬਤ ਕਰਨ ਦੇ ਲਈ ਕੁਝ ਕੰਡੀਸ਼ਨਸ ਨੇ ਜੋ ਕਿ ਫੁੱਲਫਿਲ ਕਰਨੀਆਂ ਜ਼ਰੂਰੀ ਆ ਉਸ ਵਿਅਕਤੀ ਦੇ ਦੁਆਰਾ ਜੋ ਕਿ ਸੈਕੰਡਰੀ ਐਵੀਡੈਂਸ ਨੂੰ ਕੋਰਟ ਦੇ ਵਿੱਚ ਸਾਬਤ ਕਰਨਾ ਚਾਹੁੰਦਾ ਹੈ, ਜੋ ਕਿ ਸੈਕੰਡਰੀ ਐਵੀਡੈਂਸ ਦੇ ਰਾਹੀਂ ਕਿਸੇ ਕੰਟੈਂਟਸ ਆਫ ਡਾਕੂਮੈਂਟ ਨੂੰ ਸਾਬਤ ਕਰਨਾ ਚਾਹੁੰਦਾ ਹੈ, ਉਸ ਨੂੰ ਉਹ ਕੰਡੀਸ਼ਨਸ
ਇੰਡੀਅਨ ਐਵੀਡੈਂਸ ਐਕਟ 1872 ਦੀਆਂ ਫੁੱਲਫਿਲ ਕਰਨੀਆਂ ਪੈਣੀਆਂ ਹੈ, ਜੋ ਕਿ ਸੈਕੰਡਰੀ ਐਵੀਡੈਂਸ ਨੂੰ ਸਾਬਤ ਕਰਨ ਦੇ ਲਈ ਜ਼ਰੂਰੀ ਹੈ। ਸੈਕਸ਼ਨ 61 ਦੇ ਵਿੱਚ ਕੀ ਲਿਖਿਆ ਹੈ? ਪ੍ਰੂਫ ਆਫ ਕੰਟੈਂਟਸ ਆਫ ਡਾਕੂਮੈਂਟ। The contents of document may be proved either by primary or by secondary evidence. Section 62 primary evidence ਦੇ ਨਾਲ ਡੀਲ ਕਰਦਾ ਹੈ। What is the meaning of primary evidence? Primary evidence means the document itself, document ਆਪਣੇ ਆਪ ਦੇ ਵਿੱਚ ਜੋ original document ਆ, ਜੋ ਕਿ ਅਸੀਂ ਪ੍ਰੋਡਿਊਸ ਕਰਦੇ ਹਾਂ for the inspection of the court, ਕੋਰਟ ਦੀ ਇਨਸਪੈਕਸ਼ਨ ਦੇ ਲਈ ਜਦੋਂ ਅਸੀਂ origignal document ਪੇਸ਼ ਕਰਦੇ ਹਾਂ, that is called primary evidence। ਹੁਣ ਐਕਸਪਲੇਨੇਸ਼ਨ ਨੰਬਰ 1 ਦੇ ਵਿੱਚ ਇੱਕ ਹੋਰ ਗੱਲ ਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਪ੍ਰਾਇਮਰੀ ਐਵੀਡੈਂਸ ਦੇ ਵਿੱਚ ਹੋਰ ਕਿਹੜੇ-ਕਿਹੜੇ ਡਾਕੂਮੈਂਟ ਆਯੂਗੇ। ਕਈ ਵਾਰ ਇੱਕ ਹੀ ਡਾਕੂਮੈਂਟ ਸੈਵਰਲ ਪਾਰਟਸ ਦੇ ਵਿੱਚ ਐਗਜ਼ੀਕਿਊਟ ਕੀਤਾ ਜਾਂਦਾ ਹੈ, ਉਹਦੀਆਂ 2-3 ਕਾਪੀਆਂ ਤਿਆਰ ਕੀਤੀਆਂ ਜਾਂਦੀਆਂ ਨੇ, ਸੋ ਡੈਟ ਦੋਨਾਂ ਪਾਰਟੀਆਂ ਨੂੰ ਸੇਮ ਕਾਪੀਆਂ ਦਿੱਤੀਆਂ ਜਾ ਸਕਣ। ਕਹਿਣ ਦਾ ਮਤਲਬ ਜਦੋਂ ਇੱਕ ਡਾਕੂਮੈਂਟ ਨੂੰ ਸੈਵਰਲ ਪਾਰਟਸ ਦੇ ਵਿੱਚ ਐਗਜ਼ੀਕਿਊਟ ਕੀਤਾ ਤੇ ਹਰ ਕਾਪੀ ਆਪਣੇ ਆਪ ਦੇ ਵਿੱਚ, ਹਰ ਪਾਰਟ ਆਪਣੇ ਆਪ ਦੇ ਵਿੱਚ ਪ੍ਰਾਇਮਰੀ ਐਵੀਡੈਂਸ ਹੈਗਾ ਵਾ ਉਸ ਡਾਕੂਮੈਂਟ ਦੇ ਕੰਟੈਂਟਸ ਦਾ। ਫॉर एग्जांपल ਦੇ ਤੌਰ ਦੇ ਉੱਤੇ ਇਫ देयर इज ए कॉन्ट्रैक्ट बिटवीन A एंड B, अगर A ਤੇ B ਨੇ ਕੋਈ ਕੰਟਰੈਕਟ ਆਪਸ ਦੇ ਵਿੱਚ ਕੀਤਾ, ਕੰਟਰੈਕਟ ਕਰਨ ਦੇ ਲਈ ਕੀ ਐਗਰੀਮੈਂਟ ਐਗਜ਼ੀਕਿਊਟ ਕੀਤਾ ਦੋਨਾਂ ਨੇ, ਇੱਕ ਕਾਪੀ ਉਸ ਐਗਰੀਮੈਂਟ ਦੀ A ਨੇ ਰੱਖ ਲਈ, ਦੂਜੀ ਕਾਪੀ ਉਸ ਐਗਰੀਮੈਂਟ ਦੀ B ਨੇ ਰੱਖ ਲਈ, ਤੇ ਦੋਨਾਂ ਡਾਕੂਮੈਂਟਸ ਦੇ ਵਿੱਚ ਸੇਮ ਗੱਲ ਲਿਖੀ ਹੋਈ ਆ, ਤੇ ਉਸ ਟਾਈਮ ਦੇ ਉੱਤੇ ਦੋਨੇ ਡਾਕੂਮੈਂਟ ਆਪਣੇ ਆਪ ਦੇ ਵਿੱਚ ਪ੍ਰਾਇਮਰੀ ਐਵੀਡੈਂਸ ਹੈਗੇ ਨੇ। तो explanation number 1 की गल कर दी है, where a document is executed in several parts, then each part is primary evidence of the document। पर अगर कई बार की होता है कि डॉक्यूमेंट काउंटर पार्ट दे विच एग्जीक्यूट किए जाते हैं, देयर इज ए डिफरेंस। एक काउंटर पार्ट होता है, एक सैवरल पार्ट। सैवरल पार्ट का मतलब आ एक ही डॉक्यूमेंट दी दो कापियां, पर अगर एक डॉक्यूमेंट काउंटर पार्ट ਦੇ ਵਿੱਚ ਐਗਜ਼ੀਕਿਊਟ ਕੀਤਾ ਜਾਂਦਾ ਹੈ, ਲੈਟ ਅਸ ਟੇਕ ਦੀ ਐਗਜ਼ਾਮਪਲ, ਅਗਰ A ਨੇ B ਨੂੰ ਕੋਈ ਲੀਜ਼ ਦੇ ਉੱਤੇ ਆਪਣੀ ਲੈਂਡ ਦੇਣੀ ਹੈ, A B ਨੂੰ ਲੈਂਡ ਦੇਣ ਦੇ ਟਾਈਮ ਦੇ ਉੱਤੇ ਇੱਕ ਡਾਕੂਮੈਂਟ ਐਗਜ਼ੀਕਿਊਟ ਕਰੇਗਾ which is called ਪਟਾਨਾਮਾ, ਲੀਜ਼ ਡੀਡ, ਤੇ B अगर लीज डीड तो इलावा एक कबूलियतनामा एग्जीक्यूट करता जिहदे विच ओह कहंदा कि हाँ मैं तुहाडी लीज नूं एक्सेप्ट करदा वां, ते बी उस टाइम दे उत्ते कबूलियतनामा एग्जीक्यूट करेगा। तो ए डॉक्यूमेंट किहड़ा तैयार करेगा? पट्टानामा, जबकि बी कबूलियतनामा एग्जीक्यूट करेगा। हुण ए की है काउंटर पार्ट है, पट्टानामा लिख के ए बी नूं दे देगा ते बी अपने कबूलियतनामे नूं लिख के ए नूं ओह डॉक्यूमेंट दे देगा। हुण अगर गल कीती जावे ए दे द्वारा किहड़ा डॉक्यूमेंट एग्जीक्यूट किया गया? पट्टानामा, जिहदे विच ओह राइट अपने को जिहदे इंडिया बी नूं, जबकि बी किहड़ा डॉक्यूमेंट एग्जीक्यूट करदा पिया? कबूलियतनामा। ते इस केस दे विच जो पट्टानामा वा ए दा प्राइमरी एविडेंस हैगा जो कि ए दे खिलाफ यूज किया जा सकता, जबकि कबूलियतनामा कल बी दे खिलाफ एज प्राइमरी एविडेंस वरतिया जा सकता है। Where a document is executed in counterpart, each counterpart being executed by one or some of the parties only, then each counterpart is primary evidence as against the parties who is executing it। एक्सप्लेनेशन नंबर 2 ਦੇ ਵਿੱਚ ਕੀ ਦੱਸਿਆ ਹੈ ਕਿ ਅਗਰ ਨੰਬਰ ਆਫ ਡਾਕੂਮੈਂਟਸ ਇੱਕ ਯੂਨੀਫਾਰਮ ਪ੍ਰੋਸੈਸ ਦੇ ਨਾਲ ਤਿਆਰ ਹੁੰਦੇ ਨੇ, ਨੰਬਰ ਆਫ ਡਾਕੂਮੈਂਟ ਇੱਕ ਯੂਨੀਫਾਰਮ ਪ੍ਰੋਸੈਸ ਦੇ ਨਾਲ ਤਿਆਰ ਹੁੰਦੇ ਆ, ਜਿਹਦਾ ਪ੍ਰਿੰਟਿੰਗ ਦੇ ਨਾਲ ਤਿਆਰ ਹੁੰਦੇ ਆ, ਲਿਥੋਗ੍ਰਾਫੀ ਦੇ ਨਾਲ ਤਿਆਰ ਹੁੰਦੇ ਆ, ਜਾਂ ਫੋਟੋਗ੍ਰਾਫੀ ਨਾਲ ਤਿਆਰ ਹੁੰਦੇ ਆ। ਲੈਟ ਅਸ ਟੇਕ ਐਗਜ਼ਾਮਪਲ,
ਹੁਣ ਤੁਹਾਡਾ ਕੋਈ ਕੁਐਸਚਨ ਪੇਪਰ ਹੈਗਾ ਵਾ, ਇੱਕ ਮੇਨ ਕੁਐਸਚਨ ਪੇਪਰ ਹੋਏਗਾ, ਉਸੇ ਕੁਐਸਚਨ ਪੇਪਰ ਦੇ ਨਾਲ ਦੀ ਸੇਮ ਪ੍ਰਿੰਟਿੰਗ ਬਾਕੀ ਕੁਐਸਚਨ ਪੇਪਰਸ ਦੇ ਵਿੱਚ ਆਏਗੀ। ਇੱਕ ਅਖਬਾਰ ਛਾਪੀ ਜਾਏਗੀ, ਉਹਦੇ ਨਾਲ ਦੀ ਸਾਰੀਆਂ ਅਖਬਾਰਾਂ ਦੀ ਪ੍ਰਿੰਟਿੰਗ ਬਾਕੀ ਅਖਬਾਰਾਂ ਦੇ ਵਿੱਚ ਆਏਗੀ। ਠੀਕ ਹੈ, ਤਾਂ ਉਹਨਾਂ ਟਾਈਮ ਦੇ ਉੱਤੇ ਉਹ ਸਾਰੀਆਂ ਬਾਕੀ ਜੋ ਅਖਬਾਰਾਂ ਇੱਕ ਯੂਨੀਫਾਰਮ ਪ੍ਰੋਸੈਸ ਦੇ ਨਾਲ ਛਪ ਰਹੀਆਂ ਨੇ, ਉਹ ਬਾਕੀ ਅਖਬਾਰਾਂ ਦੇ ਪੁਆਇੰਟ ਆਫ ਵਿਊ ਦੇ ਨਾਲ ਇੱਕ ਦੂਜੇ ਦੀ ਅਖਬਾਰ ਦੇ ਨਾਲ ਕੀ ਹੋਗੇ, ਪ੍ਰਾਇਮਰੀ ਐਵੀਡੈਂਸ ਹੋਗੇ। ਲੈਟ ਅਸ ਸਪੋਜ਼ ਐਗਜ਼ਾਮਪਲ, ਮੈਂ ਟ੍ਰਿਬਿਊਨ ਦੀ ਅਖਬਾਰ ਲੈ ਕੇ ਆਇਆ 1 ਫਰਵਰੀ 2021 ਦੀ, ਤੇ ਤੁਸੀਂ ਵੀ ਟ੍ਰਿਬਿਊਨ ਦੀ ਅਖਬਾਰ ਲੈ ਕੇ ਆਏ। ਉਹ ਟ੍ਰਿਬਿਊਨ ਦੀ ਅਖਬਾਰ ਇੱਕ ਸੇਮ ਫੈਕਟਰੀ ਚੋਂ ਤਿਆਰ ਹੋ ਕੇ ਨਿਕਲੀ। तो जो मेरे कोल ट्रिब्यून की अखबार हैगी आ ते जो तुहाडे कोल ट्रिब्यून की अखबार हैगी आ, ये दोने एक दूजे के कंटेंट्स के की हैगे ने, प्राइमरी एविडेंस हैगे ने। पर अगर ये सारियां एक कॉमन ओरिजिनल तो कॉपी तैयार होंदियां पईयां वा, तो ओरिजिनल जिहड़ी अखबार है ओहदा प्राइमरी एविडेंस नहीं हैगा। ओरिजिनल अखबार जिहड़ी अखबार वालियां दी एजेंसी दे कोल हैगी आ, ਉਹ ਉਹਨਾਂ ਦਾ ਆਪਣਾ ਪ੍ਰਾਇਮਰੀ ਐਵੀਡੈਂਸ ਹੈਗਾ ਵਾ। बट मैं गल करदा पिया जो तुहाडे कोल अखबार है ते मेरे कोल अखबार आ, ये एक दूजे के कंटेंट्स दे की हैगे ने, प्राइमरी एविडेंस हैगे ने। तो कल इन फ्यूचर जे फॉर एग्जांपल के तौर के उत्ते किसी ने किसी के खिलाफ डेफामेशन का केस पाना होवे कि अखबार दे विच कोई डेफामेटरी स्टेटमेंट हो गई है, तो लैट सपोज करो अगर तुहाडे कोल अखबार गवाच गई, मेरे कोल उस दिन की अखबार हैगी है, दैट विल बी द प्राइमरी एविडेंस ऑफ द कंटेंट ऑफ द रेस्ट न्यूज़पेपर्स। पर अगर जिहड़ा मेन अखबार की गल कीती जावे, मेन अखबार की प्राइमरी एविडेंस नहीं होगी, मेन अखबार की सेकेंडरी एविडेंस मनी जाऊगी। सो एक्सप्लेनेशन नंबर 2 मैं एक बार पढ़ देना। वेयर ए नंबर ऑफ डॉक्यूमेंट्स आर मेड एंड ऑल मेड बाय यूनिफॉर्म प्रोसेस, ते सारे जो डॉक्यूमेंट एक यूनिफॉर्म प्रोसेस ना तैयार होए आ, एज इन द केस ऑफ प्रिंटिंग, लिथोग्राफी और फोटोग्राफी, then each is primary evidence। हर डॉक्यूमेंट प्राइमरी एविडेंस हैगा वा ऑफ द कंटेंट्स ऑफ द रेस्ट, बाकी डॉक्यूमेंट्स दा वो प्राइमरी एविडेंस है। बट वेयर दे आर ऑल कॉपीज ऑफ द कॉमन ओरिजिनल, पर अगर ये सारे दे सारे डॉक्यूमेंट कॉमन ओरिजिनल दियां कापियां ने, then they are not primary evidence of the contents of the original। ਇਹਦੇ ਵਿੱਚ ਇੱਕ illustration भी दी हुई है। A person is shown to have been in possession of a number of play cards, जिदा फॉर एग्जांपल ਦੇ ਤੌਰ ਦੇ ਉੱਤੇ ਰੈਲੀ ਦੇ ਵਿੱਚ ਜਾਣਾ ਵਾ, ਆਪਣੇ ਕੋਲ ਕੋਈ ਪਲੇ ਕਾਰਡ ਹੈਗਾ ਵਾ, ਪਲਾ ਕਾਰਡਸ ਹੈਗਾ, ਜਿਦਾ ਕੋਈ ਬੋਰਡ ਹੈਗਾ, ਸਾਈਨ ਬੋਰਡ ਹੈਗਾ ਵਾ, ਉਹ ਸਾਰੇ ਦੇ ਸਾਰੇ ਜਿਹੜੇ ਸਾਈਨ ਬੋਰਡ ਹੈਗੇ ਆ ਪ੍ਰਿੰਟ ਹੋਏ ਆ ਐਟ ਵਨ ਟਾਈਮ ਫਰੋਮ ਵਨ ਓਰੀਜਨਲ। then any one of the play card is primary evidence of the content of any other। ਤੇ ਕੋਈ ਵੀ ਜੋ ਪਲੇ ਕਾਰਡ ਹੈਗਾ ਵਾ ਬਾਕੀ ਪਲੇ ਕਾਰਡ ਦਾ ਪ੍ਰਾਇਮਰੀ ਐਵੀਡੈਂਸ ਆ। बट कोई भी प्ले कार्ड ओरिजिनल जो कंटेंट का प्राइमरी एविडेंस नहीं हैगा, वो ओरिजिनल अपने आप दे विच प्राइमरी एविडेंस आ। बट अगर आप प्ले कार्ड एक दूजे दे नाल गल करिए तो एक दूजे दे विच की हैगे ने प्राइमरी एविडेंस हैगी है। आई वांट टू रिपीट इलस्ट्रेशन। ए पर्सन इज शोन टू हैव बीन इन पोजेशन ऑफ ए नंबर ऑफ प्ले कार्ड्स all printed at one time from one original। Any one of the play card is primary evidence of the content of any other, but no one of them is primary evidence of the content of the original। So this is something about primary evidence। Section 61 ਦੇ ਵਿੱਚ ਅਸੀਂ ਪੜਿਆ ਕਿ ਡਾਕੂਮੈਂਟਸ ਨੂੰ ਪ੍ਰੂਫ ਕੀਤਾ ਜਾ ਸਕਦਾ ਵਾ either by primary or by secondary evidence। Section 62 ਦੇ ਵਿੱਚ ਅਸੀਂ primary evidence ਦੇ ਬਾਰੇ ਪੜਿਆ ਕਿ ਜੋ ਡਾਕੂਮੈਂਟ itself ਪ੍ਰੋਡਿਊਸ ਕੀਤਾ ਜਾਂਦਾ for the inspection of the court, that is called primary evidence। ਇਹਦੇ ਵਿੱਚ ਅਸੀਂ ਦੋ ਐਕਸਪਲੇਨੇਸ਼ਨਸ ਵੀ ਪੜੀਆਂ। ਹੁਣ ਅਸੀਂ ਸ਼ੁਰੂ ਕਰਦੇ ਹਾਂ ਸੈਕੰਡਰੀ ਐਵੀਡੈਂਸ ਦੇ ਬਾਰੇ। ਵਾਟ ਇਜ਼ ਦਾ ਮੀਨਿੰਗ ਆਫ ਸੈਕੰਡਰੀ ਐਵੀਡੈਂਸ, ਤੇ ਸੈਕੰਡਰੀ ਐਵੀਡੈਂਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਇਨਕਲੂਡ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੈਕੰਡਰੀ ਐਵੀਡੈਂਸ ਵਿੱਚ ਜੋ 5 ਤਰ੍ਹਾਂ ਦੇ ਡਾਕੂਮੈਂਟ ਆਉਂਦੇ ਨੇ। ਸੈਕਸ਼ਨ 63 ਦੇ ਵਿੱਚ ਆਪਾਂ ਉਹਨਾਂ 5 ਤਰ੍ਹਾਂ ਦੇ ਡਾਕੂਮੈਂਟਸ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਅਸੀਂ ਸੈਕੰਡਰੀ ਐਵੀਡੈਂਸ ओरिजिनल डॉक्यूमेंट का कहने हैं। सेक्शन 63 की कहता है सेकेंडरी एविडेंस मीन्स एंड इनकलूड्स। ਇਹਦਾ मतलब जो सेकेंडरी एविडेंस का जो मीनिंग है इनकलूसिव फॉर्म ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ कि जो
इन्हां 5 कैटेगरीज ਦੇ ਵਿੱਚ ਆ ਗਿਆ ਉਹ ਸੈਕੰਡਰੀ ਐਵੀਡੈਂਸ ਆ। ਅਗਰ ਕੋਈ ਚੀਜ਼ ਸੈਕੰਡਰੀ ਐਵੀਡੈਂਸ ਦੇ ਇਹਨਾਂ 5 ਕੈਟਾਗਰੀਜ਼ ਦੇ ਵਿੱਚ ਨਹੀਂ ਆਈ तो उसनों ਆਪਾਂ ਸੈਕੰਡਰੀ ਐਵੀਡੈਂਸ नहीं कह सकते। तो कहने का मतलब आ कि अगर कोई चीज़ ना प्राइमरी एविडेंस की कैटेगरी ਦੇ ਵਿੱਚ ਆਂਦੀ ਪਈ ਆ ਨਾ ਸੈਕੰਡਰੀ ਐਵੀਡੈਂਸ ਦੀ ਕੈਟਾਗਰੀਜ਼ ਦੇ ਵਿੱਚ ਆਂਦੀ ਪਈ ਆ ਤੇ ਉਸ ਦੀ ਅਸੀਂ ਐਵੀਡੈਂਸ ਵੀ ਨਹੀਂ ਦੇ ਸਕਦੇ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੈਕੰਡਰੀ ਐਵੀਡੈਂਸ ਦੇ ਵਿੱਚ ਆਂਦਾ ਵਾ ਸਰਟੀਫਾਈਡ ਕਾਪੀਜ਼ given under the provisions herein after contained। ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ ਸੈਕਸ਼ਨ ਨੰਬਰ 74 ਦੇ ਵਿੱਚ ਦੱਸਿਆ ਹੈ ਕਿ ਅਗਰ ਕਿਸੇ ਪਬਲਿਕ ਡਾਕੂਮੈਂਟ ਦੀ ਸਰਟੀਫਾਈਡ ਕਾਪੀ ਤੁਹਾਨੂੰ ਦੇ ਦਿੱਤੀ ਜਾਂਦੀ ਆ ਦੈਟ ਇਜ਼ ਅ ਸੈਕੰਡਰੀ ਐਵੀਡੈਂਸ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸੈਕੰਡਰੀ ਐਵੀਡੈਂਸ ਜਿਸ ਨੂੰ ਇੰਡੀਅਨ ਐਵੀਡੈਂਸ ਐਕਟ 1872 ਦੀਆਂ ਪ੍ਰੋਵੀਜ਼ਨਸ ਦੇ ਵਿੱਚ ਇਸ਼ੂ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਸੈਕੰਡਰੀ ਐਵੀਡੈਂਸ ਕਹਾਂਗੇ। दूसरे नंबर के उत्ते अगर ओरिजिनल तो कापियां तैयार होंदियां ने, ओरिजिनल डॉक्यूमेंट तो अगर कोई कॉपीज तैयार होंदियां ने तो कॉपीज मेड फ्रॉम दी ओरिजिनल बाय मैकेनिकल प्रोसैस जो अपने आप दे विच ही उस कॉपी दी एक्यूरेसी नू इनश्योर करते हैं ते जां अगर फॉर एग्जाम्पल के तौर के उत्ते अपने कोल मेन एक डॉक्यूमेंट हैगा सी मेन डॉक्यूमेंट तो आप की किया फोटो स्टेट वाली दुकान पर गए उतों आप कापियां कढ़वा लिया कापियां कढ़वाइया एज इट इज़ तो वो नाल कॉपी की एक्यूरेसी इंश्योर होंदी पई है तो जां आप हत्थ दे नाल कोई कॉपियां तैयार कीतियां कंपेयर कर करके तो वो भी की हैगी है सैकंडरी एविडेंस। इट इज़ वेरी इंपॉर्टेंट वो कापियां तो कंपेयर कीतियां जानियां जरूरी है एंड कॉपीज कंपेयर्ड विद सच कॉपीज। पहला की किया ओरिजिनल तो आप मेन कापियां कढ़वाइया उन्होंने कापियां तो उस तो बाद फिर कापियां कढ़वाइया तो कापियां एक दूजे नाल कंपेयर भी करवाया कि कोई थले उपर थले गल तो नहीं हैगी सेम एज इट इज़ ही हैगी है। अगर कॉपी तो कंपेयर करके बनाई गई है वो भी सैकंडरी एविडेंस हैगी है। उस तो बाद विच अगर कोई कॉपी ओरिजिनल तो बनाई गई है हाथ नाल लिखी गई है तो जो ओरिजिनल दे नाल कंपेयर करके तैयार की गई है तो वह भी उस टाइम के ओरिजिनल डॉक्यूमेंट की सैकंडरी एविडेंस हैगी है। चौथे नंबर के उत्ते काउंटर पार्ट ऑफ डॉक्यूमेंट एज एग्जीक्यूटिंग द पार्टीज हु डिड नॉट एग्जीक्यूट दैम। मैं जो प्राइमरी एविडेंस विच काउंटर पार्ट के बारे दसिया सी मैं तुहानू पट्टानामा ते कबूलियतनामे के बारे दसिया सी। पट्टानामा कौन एग्जीक्यूट करता पिया सी ए जबकि कबूलियतनामा कौन एग्जीक्यूट करता पिया सी बी। तो ए ने पट्टानामा एग्जीक्यूट किया इस करके ए के खिलाफ वो की है प्राइमरी एविडेंस। बी ने कबूलियतनामा एग्जीक्यूट किया ही इस करके बी के खिलाफ कबूलियतनामा की है प्राइमरी एविडेंस सी। पर अगर ए को क्वेश्चन पूछा जाए कि तेरे खिलाफ कबूलियतनामे की फॉर्म की है कबूलियतनामा कहता मैं एग्जीक्यूट नहीं किया इस करके इस डॉक्यूमेंट नूं ए के खिलाफ सैकंडरी एविडेंस मन्निया जाऊगा। तो जो बी दे कोलों पूछा जाऊगा तू तो कबूलियतनामा एग्जीक्यूट किया सी तू किहड़ा डॉक्यूमेंट एग्जीक्यूट नहीं किया कहता मैं पट्टानामा एग्जीक्यूट नहीं किया सी। तो उस पट्टेनामे नूं की होगा बी के खिलाफ सैकंडरी एविडेंस के तौर के उत्ते यूज किया जाऊगा। आई वांट टू रिपीट ए के खिलाफ जो डॉक्यूमेंट हैगा पट्टानामा उन्होंने प्राइमरी एविडेंस के खिलाफ दे तौर के उत्ते यूज किया जाऊगा क्योंकि ए ने पट्टानामा एग्जीक्यूट किया सी। पर जो कबूलियतनामा वा जो कि ए ने एग्जीक्यूट नहीं किया उसनूं ए के खिलाफ यूज किया जाऊगा एज सैकंडरी एविडेंस। उस तरीके दे नाल बी की अगर आप गल करिए तो बी ने किहड़ा डॉक्यूमेंट एग्जीक्यूट किया ही कबूलियतनामा। तो कबूलियतनामा विल बी यूज्ड एज अगेंस्ट बी एज प्राइमरी एविडेंस जबकि जो पट्टानामा वा वो बी ने एग्जीक्यूट नहीं किया तो बी के खिलाफ जो पट्टानामा वा वो सैकंडरी एविडेंस के तौर के उत्ते वरतिया जाएगा। तो नंबर 4 के उत्ते की है काउंटर पार्ट ऑफ डॉक्यूमेंट्स एज अगेंस्ट द पार्टीज हु डिड नॉट एग्जीक्यूट देम। ते नंबर 5 के उत्ते oral accounts of the content of a document given by some person who has himself seen it। मान लो फॉर एग्जाम्पल के तौर के उत्ते मेरे सामने कोई डॉक्यूमेंट एग्जीक्यूट होया मैं उस डॉक्यूमेंट के कंटेंट्स भी सारे पढ़े मान लो कल इन फ्यूचर वो डॉक्यूमेंट गवाच जाता है मैं वो कंटेंट सारे पढ़े है ना आई कैन से कि मैं उस डॉक्यूमेंट के कंटेंट्स को पढ़िया सी तो मेरे द्वारा जो ऑरल एविडेंस दी जाऊगी उस एविडेंस को सैकंडरी एविडेंस मन्निया जाऊगा।
तो ਇਲਸਟ੍ਰੇਸ਼ਨ ਕੀ ਕਹਿਣ, ਆਓ ਜੀ ਇਹਦੇ ਇਲਸਟ੍ਰੇਸ਼ਨ ਦੇ ਬਾਰੇ ਗੱਲ ਕਰਦੇ ਹਾਂ। ਪਹਿਲੀ ਇਲਸਟ੍ਰੇਸ਼ਨ ਦੇ ਵਿੱਚ ਕੀ ਦੱਸਿਆ ਹੈ, ए फोटोग्राफ ऑफ एन ओरिजिनल, अगर मान लो फॉर एग्जांपल ਦੇ ਤੌਰ ਦੇ ਉੱਤੇ ਇੱਕ ओरिजिनल ਡਾਕੂਮੈਂਟ ਦੀ ਫੋਟੋਗ੍ਰਾਫ ਖਿੱਚ ਲਿੱਤੀ ਜਾਂਦੀ ਆ, तो ਉਹਦੀ ਫੋਟੋਗ੍ਰਾਫ ਕੀ ਹੋਊਗੀ, ओरिजिनल ਦੀ ਸੈਕੰਡਰੀ ਐਵੀਡੈਂਸ ਮੰਨੀ ਜਾਊਗੀ, ਉਹਦੇ ਕੰਟੈਂਟਸ ਦੀ ਸੈਕੰਡਰੀ ਐਵੀਡੈਂਸ ਮੰਨੀ ਜਾਊਗੀ। ਦੋ ਦ ਟੂ ਹੈਵ ਨਾਟ ਬੀਨ ਕੰਪੇਅਰਡ, ਭਾਵੇਂ ਉਹ ਆਪਸ ਵਿੱਚ ਕੰਪੇਅਰ ਨਹੀਂ, ਕਿਉਂਕਿ ਫੋਟੋਗ੍ਰਾਫ ਖਿੱਚੀ ਆ। ਅਗਰ ਇਹ ਕੋਰਟ ਦੇ ਵਿੱਚ ਗੱਲ ਸਾਬਿਤ ਹੋ ਜਾਂਦੀ ਆ ਕਿ ਜਿਹੜੀ ਚੀਜ਼ ਫੋਟੋਗ੍ਰਾਫਡ ਹੋਈ ਸੀ ਉਹ ਓਰੀਜਨਲ ਹੈਗੀ ਆ, ਉਹਦੇ ਵਿੱਚ ਕੋਈ ਟੈਂਪਰਿੰਗ ਨਹੀਂ ਹੈਗੀ, ਤਾਂ ਉਸ ਟਾਈਮ ਦੇ ਉੱਤੇ ਜਿਹੜੀਆਂ ਫੋਟੋਗ੍ਰਾਫ ਓਰੀਜਨਲ ਦੀਆਂ ਸੈਕੰਡਰੀ ਐਵੀਡੈਂਸ ਮੰਨੀਆਂ ਜਾਊਗੀਆਂ ਉਸ ਓਰੀਜਨਲ ਡਾਕੂਮੈਂਟ ਦੇ ਕੰਟੈਂਟਸ। ਦੂਸਰੇ ਨੰਬਰ ਦੇ ਉੱਤੇ ਅਗਰ ਇੱਕ ਕਾਪੀ ਕੰਪੇਅਰ ਕੀਤੀ ਗਈ ਆ, ਕਾਪੀ ਆਫ ਅ ਲੈਟਰ ਮੇਡ ਬਾय ਕਾਪਿੰਗ ਮਸ਼ੀਨ, ਅਗਰ ਮੰਨ ਲਓ ਫॉर ਐਗਜ਼ਾਮਪਲ ਇੱਕ ओरिजिनल ਲੈਟਰ ਸੀ, ओरिजिनल ਲੈਟਰ ਦੀ ਇੱਕ ਕਾਪੀ ਤਿਆਰ ਹੋਈ ਜੋ ਕਿ ਕਾਪਿੰਗ ਮਸ਼ੀਨ ਦੇ ਨਾਲ ਤਿਆਰ ਹੋਈ ਸੀ, ਉਸ ਤੋਂ ਬਾਅਦ ਉਸ ਕਾਪੀ ਤੋਂ ਇੱਕ ਹੋਰ ਕਾਪੀ ਤਿਆਰ ਹੋ ਗਈ ਕੰਪੇਅਰ ਕਰ ਕਰਕੇ, ਉਹ ਲੈਟਰ ਦੇ ਕੰਟੈਂਟ ਦੀ ਸੈਕੰਡਰੀ ਐਵੀਡੈਂਸ ਮੰਨੀ ਜਾਊਗੀ ਇਫ ਇਟ ਇਜ਼ ਸ਼ੋਨ that the copy made by copying agency was made from the original। ਅਗਰ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜਿਹੜੀ ਮੇਨ ਕਾਪੀ ਤਿਆਰ ਕੀਤੀ ਗਈ ਸੀ ਉਹ ओरिजिनल ਤੋਂ ਤਿਆਰ ਕੀਤੀ ਗਈ ਸੀ, ਤੇ ਉਸ ओरिजिनल ਤੋਂ ਜਿਹੜੀ ਕਾਪੀ ਤਿਆਰ ਕੀਤੀ ਸੀ ਉਹ ਤਾਂ ਸੈਕੰਡਰੀ ਐਵੀਡੈਂਸ ਹੈਗੀ ਆ, ਤੇ ਜਿਹੜੀ ਤੀਸਰੀ ਕਾਪੀ ਤਿਆਰ ਕੀਤੀ ਗਈ ਸੀ ਉਹ ਦੂਸਰੀ ਕਾਪੀ ਦਾ ਹੂ ਕੰਪੈਰੀਜ਼ਨ ਕਰਕੇ ਤਿਆਰ ਕੀਤੀ ਗਈ ਸੀ। ਠੀਕ ਹੈ ਜੀ, ਅਗਲੀ ਗੱਲ ਕਰਦੇ ਹਾਂ, ਇਹ ਕਾਪੀ ਟ੍ਰਾਂਸਕ੍ਰਾਈਬਡ ਫਰੋਮ ਅ ਕਾਪੀ, ਅਗਰ ਇੱਕ ਕਾਪੀ ਨੂੰ ਕਾਪੀ ਤੋਂ ਟ੍ਰਾਂਸਕ੍ਰਾਈਬ ਮਤਲਬ ਟ੍ਰਾਂਸਲੇਟ ਕਰਕੇ ਤਿਆਰ ਕੀਤਾ ਜਾਂਦਾ ਹੈ, ਬਟ ਆਫਟਰਵਰਡ ਕੰਪੇਅਰਡ ਵਿਦ ਦੀ ओरिजिनल, ਤੇ ਉਸ ਕਾਪੀ ਨੂੰ ਬਾਅਦ ਵਿੱਚ ਜਿਹੜੀ ਟ੍ਰਾਂਸਕ੍ਰਾਈਬਡ ਕਰਾਈ ਸੀ ओरिजिनल ਦੇ ਨਾਲ ਕੰਪੇਅਰ ਕਰ ਲਿਆ, ਉਹ ਸੈਕੰਡਰੀ ਐਵੀਡੈਂਸ ਆ। ਪਰ ਅਗਰ ਮੰਨ ਲਓ ਉਹ ਜਿਹੜੀ ਕਾਪੀ ਟ੍ਰਾਂਸਕ੍ਰਾਈਬਡ ਕਰਾਈ ਗਈ ਸੀ ਉਹਨੂੰ ਕਦੀ ओरिजिनल ਡਾਕੂਮੈਂਟ ਦੇ ਨਾਲ ਕੰਪੇਅਰ ਹੀ ਨਹੀਂ ਕੀਤਾ ਗਿਆ, ਉਹ ਸੈਕੰਡਰੀ ਐਵੀਡੈਂਸ ओरिजिनल ਦਾ ਨਹੀਂ ਮੰਨੀ ਜਾਊਗੀ। although the copy from which it was transcribed, ਉਸ ਕਾਪੀ ਉਹ ਭਾਵਾਂ ਉਹ ਜਿਹੜੀ ਕਾਪੀ ਤਿਆਰ ਕੀਤੀ ਗਈ ਸੀ ਟ੍ਰਾਂਸਕ੍ਰਾਈਬ ਕਰਨ ਤੋਂ ਬਾਅਦ ਵਿੱਚ ਉਸ ਨੂੰ ਉਸ ਡਾਕੂਮੈਂਟ ਤੋਂ ਤਿਆਰ ਕੀਤਾ ਗਿਆ ਸੀ ਜਿਸ ਨੂੰ ਪਹਿਲਾਂ ਵੀ ਕੰਪੇਅਰ ਕੀਤਾ ਗਿਆ ਸੀ। तो कहने का मतलब आ कि अगर किसी डॉक्यूमेंट ਨੂੰ ਇੱਕ ਕਾਪੀ ਤੋਂ ਟ੍ਰਾਂਸਕ੍ਰਾਈਬ ਕਰਾਇਆ ਜਾਂਦਾ ਹੈ ਤੇ ਉਸ ਨੂੰ ओरिजिनल ਨਾਲ ਕੰਪੇਅਰ ਕਰਨਾ ਜ਼ਰੂਰੀ ਹੈ। ਅਗਰ ਉਸ ਟ੍ਰਾਂਸਕ੍ਰਾਈਬਡ ਕਾਪੀ ਨੂੰ ਤੁਸੀਂ ओरिजिनल ਡਾਕੂਮੈਂਟ ਦੇ ਨਾਲ ਕੰਪੇਅਰ ਨਹੀਂ ਕਰਦੇ ਤਾਂ ਉਹ ਸੈਕੰਡਰੀ ਐਵੀਡੈਂਸ ओरिजिनल ਦਾ ਨਹੀਂ ਮੰਨਿਆ ਜਾਏਗਾ। although the copy from which it was transcribed was the original was compared with the original। ਹੁਣ ਉਸ ਤੋਂ ਬਾਅਦ ਡੀ ਦੇ ਵਿੱਚ ਕੀ ਦੱਸਿਆ ਹੈ, ਨੀਦਰ ਐਨ ਔਰਲ ਅਕਾਊਂਟ ਆਫ ਅ ਕਾਪੀ ਕੰਪੇਅਰਡ ਵਿਦ ਦੀ ओरिजिनल, ਨਾ ਹੀ ਔਰਲ ਅਕਾਊਂਟ ਆਫ ਅ ਕਾਪੀ ਕੰਪੇਅਰਡ ਵਿਦ ਦੀ ओरिजिनल, nor an oral account of a photograph or machine copy of the original is a secondary evidence of the original। ਕਹਿਣ ਦਾ ਮਤਲਬ ਇਹ ਆ ਕਿ ਅਗਰ ਮੰਨ ਲਓ ओरिजिनल ਕੋਈ ਡਾਕੂਮੈਂਟ ਸੀ, ओरिजिनल डॉक्यूमेंट तो एक कापी तैयार हुई ते जां एक फोटोग्राफ तैयार हुई ते जां एक मशीन दे नाल एक ओरिजिनल डॉक्यूमेंट दी कापी तैयार हुई, ਉਹਦੇ ਬਾਰੇ ਅਗਰ ਕੋਈ ਔਰਲ ਐਵੀਡੈਂਸ ਦੇਣਾ ਚਾਹੁੰਦਾ ਹੈ ਉਹ ओरिजिनल ਦਾ ਸੈਕੰਡਰੀ ਐਵੀਡੈਂਸ ਨਹੀਂ ਮੰਨਿਆ ਜਾਊਗਾ। ਤਾਂ ओरिजिनल ਦਾ ਸੈਕੰਡਰੀ ਐਵੀਡੈਂਸ ਔਰਲ ਅਕਾਊਂਟ ਔਰਲ ਐਵੀਡੈਂਸ ਨੂੰ ਮੰਨਣ ਦੇ ਲਈ ओरिजिनल ਦਾ ਹੀ ਉਹ ਔਰਲ एविडेंस होना चाहिए। मान लो फॉर एग्जाम्पल अगर ए ने ओरिजिनल डॉक्यूमेंट कभी नहीं वेख्या, उन्हें देखिया की है ਉਹਦੀ ਕਾਪੀ ਦੇਖੀ ਹੈ ਜੋ ਉਹਦੀ ਫੋਟੋ ਕਾਪੀ ਸੀ ਤੇ ਜਾਂ ਉਹਦੀ ਫੋਟੋਗ੍ਰਾਫ ਜੋ ਖਿੱਚੀ ਗਈ ਸੀ ਉਹ ਤੋਂ ਤਿਆਰ ਕੀਤੀ ਗਈ ਕੋ ਕਾਪੀ, ਉਹਨੂੰ ਦੇਖਿਆ ਤੇ ਉਹਦੀ ਕੱਲ ਔਰਲ ਐਵੀਡੈਂਸ ਦੇਣ ਆ ਗਿਆ ਤੇ ਕੱਲ ਉਹਦੀ ਔਰਲ ਐਵੀਡੈਂਸ ਨੂੰ ਕੋਰਟ ਦੇ ਵਿੱਚ ਪਰਮਿਸਿਬਲ ਨਹੀਂ ਮੰਨਿਆ ਜਾਊਗਾ, ਇਟ ਵਿਲ ਬਿਕਮ ਇਨਐਡਮਿਸਿਬਲ ਇਨ ਐਵੀਡੈਂਸ, ਕਿਉਂਕਿ ਉਸ ਨੂੰ ओरिजिनल ਦਾ ਸੈਕੰਡਰੀ ਐਵੀਡੈਂਸ नहीं मन्निया जा सकता। तो इस लैक्चर दे विच अज असी पढ़िया सब तो पहले नंबर के उत्ते अज आपां पढ़िया चैप्टर नंबर 4 दे विच ऑरल एविडेंस, सैक्शन नंबर 59 पढ़िया प्रूफ ऑफ फैक्ट बाय ऑरल एविडेंस, सैक्शन 60 दे विच आपां पढ़िया ऑरल एविडेंस मस्ट बी डायरेक्ट। चैप्टर नंबर 5 शुरू किया डॉक्यूमेंटरी एविडेंस के बारे, सैक्शन 61 दे विच असी पढ़िया प्रूफ ऑफ कंटेंट ऑफ डॉक्यूमेंट्स,
ਸੈਕਸ਼ਨ 62 ਦੇ ਵਿੱਚ ਅਸੀਂ ਪੜਿਆ what is the meaning of primary evidence, that contents of the document may be proved either by primary or by secondary evidence। ਸੈਕਸ਼ਨ 62 ਦੇ ਵਿੱਚ ਆਪਾਂ ਪੜਿਆ ਕਿ ਪ੍ਰਾਇਮਰੀ ਐਵੀਡੈਂਸ ਕੀ ਹੁੰਦਾ, ਤੇ ਹੁਣ ਸੈਕਸ਼ਨ 63 ਦੇ ਵਿੱਚ ਅਸੀਂ ਸੈਕੰਡਰੀ ਐਵੀਡੈਂਸ ਦੇ ਬਾਰੇ ਪੜਿਆ ਵਾ। So this is something about the present lecture।